जी गुड मॉर्निंग स्टूडेंट्स। ਅੱਜ ਆਪਾਂ ਕਰਾਂਗੇ ਤੁਹਾਡਾ ਚੈਪਟਰ ਕਲਾਤਮਕ ਰੁਚੀਆਂ ਪ੍ਰਕਿਰਤੀ ਅਤੇ ਪਹਿਚਾਨ। ਠੀਕ ਹੈ ਜੀ, ਇਹ ਲਿਖਿਆ ਹੋਇਆ ਹੈ ਡਾਕਟਰ ਦਵਿੰਦਰ ਸੈਫੀ ਦਾ। ਇਸ ਵਿੱਚ ਕੀ ਕਹਿੰਦਾ ਹੈ ਲੇਖਕ ਵੀ ਜਿਹੜਾ ਇੱਕ ਇਨਸਾਨ ਹੈ ਉਸਦੇ ਅੰਦਰ ਬਹੁਤ ਸਾਰੀਆਂ ਕੁਆਲਿਟੀਜ਼ ਹੁੰਦੀਆਂ, ਯਾਨੀ ਕਿ ਉਸਦੇ ਅੰਦਰ ਬਹੁਤ ਸਾਰੇ ਗੁਣ ਹੁੰਦੇ ਹਨ। ਹਰੇਕ ਕੰਮ ਕਰਨ ਦੀ ਜਿਹੜੀ ਕਪੈਸਿਟੀ ਹੈ ਉਸਦੇ ਅੰਦਰ ਹੁੰਦੀ ਹੈ। ਠੀਕ ਹੈ ਜੀ, ਪਰ ਹਰੇਕ ਜਿਹੜਾ ਵਿਅਕਤੀ ਹੈ ਉਹ ਹਰੇਕ ਕੰਮ ਨਹੀਂ ਕਰ ਸਕਦਾ। ਠੀਕ ਹੈ, ਕੋਈ ਵਿਅਕਤੀ ਕੋਈ ਕੰਮ ਕਰ ਸਕਦਾ ਹੈ ਆਪਣੇ ਜੀਵਨ ਵਿੱਚ। ਠੀਕ ਹੈ ਜੀ, ਤੇ ਕੋਈ ਕੰਮ ਕਰ ਸਕਦਾ ਹੈ, ਕਿਉਂਕਿ ਅਗਰ ਸਾਰੇ ਹੀ ਕੰਮ ਕਰਨ ਲੱਗ ਜਾਣ ਤਾਂ ਉਹ ਕਦੇ ਵੀ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਇੱਕ ਮੁਕਾਮ 'ਤੇ ਖੜਾ ਨਹੀਂ ਕਰ ਸਕਣਗੇ। ਇਸ ਕਰਕੇ ਸਾਨੂੰ ਇੱਕ ਚੰਗਾ ਜੀਵਨ ਜਿਉਣ ਲਈ ਹਮੇਸ਼ਾ ਇੱਕੋ ਰੁਚੀ ਵੱਲ ਹੀ ਜਾਣਾ ਪੈਂਦਾ ਹੈ, ਇੱਕੋ ਹੀ ਰਾਹ ਅਪਣਾਉਣਾ ਪੈਂਦਾ ਹੈ। ਠੀਕ ਹੈ ਜੀ, ਅਤੇ ਜੇ ਕਈ ਰਸਤੇ ਅਸੀਂ ਅਪਣਾਵਾਂਗੇ ਤਾਂ ਹੋ ਸਕਦਾ ਅਸੀਂ ਸਫਲ ਨਾ ਹੋਈਏ। ਠੀਕ ਹੈ ਜੀ, ਹਰ ਮਨੁੱਖ ਅੰਦਰ ਕੀ ਹੈ ਊਰਜਾ ਦਾ ਇੱਕ ਬਹੁਤ ਵੱਡਾ ਭੰਡਾਰ ਹੁੰਦਾ ਹੈ। ਊਰਜਾ ਦਾ ਇਹ ਭੰਡਾਰ ਉਸ ਲਈ ਵਰਦਾਨ ਵੀ ਬਣ ਸਕਦਾ ਹੈ ਅਤੇ ਸ਼ਰਾਬ। ਇਹ ਪ੍ਰਕਿਰਿਆ ਉਸੇ ਤਰ੍ਹਾਂ ਦੀ ਹੈ ਜਿਵੇਂ ਬੰਨ ਬਣਾ ਕੇ ਸੰਯੋਜਿਤ ਕੀਤੇ ਪਾਣੀ ਦੀ ਬਿਜਲੀ ਸ਼ਕਤੀ ਦਾ ਵੀ ਲਾਭ ਲਿਆ ਜਾ ਸਕਦਾ ਹੈ। ਪਰ ਜੇ ਆਪਾਂ ਇਸੇ ਪਾਣੀ ਨੂੰ ਖੁੱਲ੍ਹਾ ਛੱਡ ਦਈਏ ਤਾਂ ਕੀ ਹੈ ਇਹ ਸਾਰੀਆਂ ਫਸਲਾਂ ਨੂੰ ਉਜਾੜ ਸਕਦਾ ਹੈ। ਇਸ ਤਰ੍ਹਾਂ ਕੀ ਹੈ ਕਲਾਤਮਕ ਰੁਚੀ ਦਾ ਜਿਹੜਾ ਉਜਾਗਰ ਹੋਣਾ ਹੈ ਇਸ ਬੰਨ ਜਾਂ ਡੈਮ ਦੀ ਉਸਾਰੀ ਵਾਂਗ ਹੀ ਜਾਪਦਾ ਹੈ। ਠੀਕ ਹੈ ਜੀ, ਤੇ ਕਲਾ ਜੋ ਹੈ ਉਹ ਤੁਹਾਨੂੰ ਨਿੱਜ ਤੋਂ ਮੁਕਤ ਕਰਕੇ ਸਮਾਜਿਕ ਨਿੱਜ ਨਾਲ ਜੋੜਦੀ ਹੈ। ਕਲਾ ਅਸਲੀ ਖੁਸ਼ੀ ਅਤੇ ਸਦੀਵੀ ਉਜਾਗਰ ਉਤਸ਼ਾਹ ਦਾ ਸੋਮਾ ਹੈ। ਠੀਕ ਹੈ ਜੀ, ਕਿਸੇ ਵੱਡੇ ਫਰਾਂਸ ਦੇ ਜਿਹੜੇ ਚਿੰਤਨਸ਼ੀਲ ਨੇ ਉਹਨਾਂ ਨੇ ਕੀ ਕਿਹਾ, ਵਿਕਟਰ ਹਿਊਗੋ ਨਾਂ ਦੇ ਇਸ ਵਿਅਕਤੀ ਨੇ ਕਿਹਾ ਕਿ ਇਸ ਕਾਰਜ ਨੂੰ ਗੁਲਾਮੀ ਤੋਂ ਮੁਕਤੀ ਦਿਵਾਉਣ ਵਾਲਾ ਕਾਰਜ ਕੀ ਹੈ, ਐਲਾਨ ਕੇ ਕਲਾ ਸ਼ਕਤੀ ਨੂੰ ਸੁਤੰਤਰ ਸ਼ਕਤੀ ਦਾ ਵਾਹਕ ਮੰਨਿਆ। ਯਾਨੀ ਕਿ ਜਿਹੜੀ ਸਾਡੇ ਅੰਦਰ ਸਾਡੀਆਂ ਰੁਚੀਆਂ ਹਨ ਉਹ ਸਾਨੂੰ ਇੱਕ ਰਾਹ ਦਿਖਾਉਂਦੀਆਂ ਹਨ ਕਿ ਸਾਨੂੰ ਜੀਵਨ ਵਿੱਚ ਕੀ ਕਰਨਾ ਚਾਹੀਦਾ ਹੈ। ਠੀਕ ਹੈ ਜੀ, ਕਲਾ ਇੱਕ ਅਜਿਹਾ ਗੁਣ ਹੈ ਜੋ ਮਨੁੱਖ ਨੂੰ ਕੇਵਲ ਆਪਣੇ ਆਪ ਤੋਂ ਹੀ ਮੁਕਤ ਕਰਾ ਕੇ ਸਮਾਜਿਕ ਨਿੱਜ ਨਾਲ ਜੋੜਦੀ ਹੈ, ਯਾਨੀ ਕਿ ਸਮਾਜ ਵਿੱਚ ਵਿਚਰਨ ਲਈ ਸਾਨੂੰ ਉਤਸ਼ਾਹਿਤ ਕਰਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਹਰ ਵਿਅਕਤੀ ਨੂੰ ਆਪਣੇ ਅੰਦਰ ਛੁਪੀ ਹੋਈ ਕਲਾਤਮਕਤਾ ਨੂੰ ਪ੍ਰਗਟ ਕਰਨ ਲਈ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ, ਅਤੇ ਕਦੇ ਕੁਝ ਨਾ ਕੁਝ ਅਜਿਹਾ ਸਿਰਜਿਆ ਜਾਵੇ ਜੋ ਮਨ ਨੂੰ ਅਤੇ ਸਮਾਜ ਨੂੰ ਸਕੂਨ ਦੇਣ ਵਾਲਾ ਜਾਂ ਸੇਧ ਦੇਣ ਵਾਲਾ ਹੋਵੇ। ਠੀਕ ਹੈ ਜੀ, ਉਹ ਕਿਸੇ ਪਦਾਰਥਕ ਲਾਭ ਜਾਂ ਪੈਸੇ ਦੀ ਪ੍ਰਾਪਤੀ ਲਈ ਨਾ ਹੋਵੇ। ਇਹੋ ਜਿਹੀ ਸੋਚ ਵਾਲੇ ਵਿਅਕਤੀ ਪੱਕਾ ਹੀ ਕੁਦਰਤ ਸਮਾਜ ਦੇ ਸੱਭਿਆਚਾਰਕ ਲਈ ਵਰਦਾਨ ਬਣਦਾ ਹੈ। ਕਹਿਣ ਦਾ ਭਾਵ ਹੈ ਕਿ ਜੇ ਆਪਾਂ ਸਿਰਫ ਪੈਸੇ ਬਾਰੇ ਨਾ ਸੋਚ ਕੇ ਲੋਕ ਭਲਾਈ ਲਈ ਜਾਂ ਆਪਣੇ ਅੰਦਰ ਦੀ ਰੁਚੀ ਲਈ ਸੋਚ ਕੇ ਆਪਾਂ ਚੱਲੀਏ ਤਾਂ ਅਸੀਂ ਬਹੁਤ ਕੁਛ ਕਰ ਸਕਦੇ ਹਾਂ। ਠੀਕ ਹੈ ਜੀ, ਕਈ ਵਾਰ ਕੀ ਹੁੰਦਾ ਹੈ ਵਿਅਕਤੀ ਹੈ ਜਿਹੜਾ ਉਹ ਲੋਕ ਦਿਖਾਵੇ ਲਈ ਹੀ ਆਪਣੀ ਰੁਚੀਆਂ ਬਦਲ ਦਿੰਦਾ ਹੈ, ਅਤੇ ਉਸਦੀ ਜਿਹੜੀ ਇੱਛਾ ਹੁੰਦੀ ਹੈ ਕੁਝ ਹੋਰ ਕਰਨ ਦੀ ਹੁੰਦੀ ਹੈ, ਪਰ ਕੀ ਹੈ ਉਹ ਸਮਾਜ ਵਿੱਚ ਲੋਕਾਂ ਨੂੰ ਜਿਹੜਾ ਹੈ ਪ੍ਰਭਾਵਿਤ ਕਰਨ ਲਈ ਜ਼ਿੰਦਗੀ ਵਿੱਚ ਗਲਤ ਫੈਸਲੇ ਜਿਹੜੇ ਹੈ ਉਹ ਅਪਣਾ ਲੈਂਦਾ ਹੈ। ਇਸ ਕਰਕੇ ਕੀ ਹੈ ਕਈ ਵਾਰ ਉਸਨੂੰ ਕੀ ਹੈ ਦੁਬਿਧਾ ਵਿੱਚ ਵੀ ਫਸ ਜਾਣਾ ਪੈਂਦਾ ਹੈ ਸਿਰਫ ਦਿਖਾਵੇ ਲਈ, ਝੂਠ ਲਈ। ਠੀਕ ਹੈ ਜੀ, ਇੱਕ ਮਨਘੜਤ ਜ਼ਿੰਦਗੀ ਜੀਣ ਲਈ ਕੀ ਉਸਨੂੰ ਆਪਣੀਆਂ ਰੁਚੀਆਂ ਨੂੰ, ਆਪਣੀਆਂ ਭਾਵਨਾਵਾਂ ਨੂੰ ਦਬਾਉਣਾ ਪੈਂਦਾ ਹੈ। ਇਸ ਕਰਕੇ ਕੀ ਹੈ ਵਿਅਕਤੀ ਨੂੰ ਆਪਣੇ ਦਿਮਾਗ ਨਾਲ ਕੰਮ ਲੈਣਾ ਚਾਹੀਦਾ ਹੈ ਅਤੇ ਆਪਣੇ ਖੁਦ ਦੇ ਮੂਲ ਸਿਧਾਂਤਾਂ ਦੇ ਨਾਲ ਚੱਲਣਾ ਚਾਹੀਦਾ ਹੈ। ਇਸੇ ਤਰ੍ਹਾਂ ਕੀ ਹੈ ਜੀ ਜਿਹੜੀ ਕਲਾ ਹੈ ਸਾਡੇ ਅੰਦਰ ਉਹ ਕੀ ਹੈ, ਸੱਚ ਹੈ, ਸੁੰਦਰ ਹੈ, ਸ਼ਿਵ ਹੈ। ਠੀਕ ਹੈ ਜੀ, ਜੇਕਰ ਮਨੋਵਿਗਿਆਨਿਕ ਅਤੇ ਅਧਿਆਤਮਿਕ ਪੱਖ ਤੋਂ ਵੇਖਿਆ ਜਾਵੇ ਤਾਂ ਇਹ ਸਪਸ਼ਟ ਤੌਰ 'ਤੇ ਨਜ਼ਰ ਆਉਂਦਾ ਹੈ ਕਿ ਕੋਈ ਵੀ ਮਨੁੱਖ ਜਿਸ ਨਾਲ ਪਿਆਰ ਕਰਦਾ ਹੈ ਆਪਣੇ ਆਪ ਨੂੰ ਵੀ ਕੀ ਹੈ ਉਹਦੇ ਵਰਗਾ ਬਣਾਉਣਾ ਚਾਹੁੰਦਾ ਹੈ। ਠੀਕ ਹੈ ਜੀ, ਕਿਉਂਕਿ ਕਲਾ ਤਾਂ
ਸਤਿਅਮ ਸ਼ਿਵਮ ਤੇ ਸੁੰਦਰਮ ਦਾ ਮੇਲ ਹੈ। ਇਹੋ ਕਾਰਨ ਹੈ ਕਿ ਜਿਹੜਾ ਵਿਅਕਤੀ ਇਸ ਕਲਾ ਨਾਲ ਸੰਬੰਧ ਰੱਖਦਾ ਹੈ ਉਸ ਦੀ ਸ਼ਖਸੀਅਤ ਵਿੱਚ ਆਪ ਮੁਹਾਰੇ ਹੀ ਚੰਗੀਆਂ ਤੇ ਉੱਚੀਆਂ ਕਦਰਾਂ ਕੀਮਤਾਂ ਆ ਜਾਂਦੀਆਂ ਹਨ ਤੇ ਉਹ ਕਲਾ ਨਾਲ ਪ੍ਰੇਮ ਤੇ ਕਲਾਕਾਰੀ ਦੇ ਜ਼ਰੀਏ ਸਮੁੱਚੇ ਵਾਤਾਵਰਨ ਨੂੰ ਪ੍ਰਭਾਵਿਤ ਕਰ ਦਿੰਦੇ ਹਨ। ਠੀਕ ਹੈ ਜੀ, ਅੱਗੇ ਕੀ ਹੈ ਤੁਹਾਡਾ ਮਨੋਵਿਗਿਆਨਿਕ ਵਿਧੀ ਰਾਹੀਂ ਕਲਾ ਦੀ ਚੋਣ। ਠੀਕ ਹੈ ਜੀ, ਬੇਸ਼ੱਕ ਕਿਸੇ ਨੌਜਵਾਨ ਨੂੰ ਆਪਣੇ ਮਾਪਿਆਂ, ਅਧਿਆਪਕਾਂ ਜਾਂ ਸਮਾਜਿਕ ਨਜ਼ਰੀਏ ਤੋਂ ਕਿਤੇ ਜਾਂ ਪੜ੍ਹਾਈ ਦੀ ਚੋਣ ਕੀਤੀ ਹੋਵੇ ਤਾਂ ਵੀ ਉਸਨੂੰ ਚਾਹੀਦਾ ਹੈ ਕਿ ਉਹ ਆਪਣੇ ਅੰਦਰ ਛੁਪੀ ਹੋਈ ਕਲਾਕਾਰੀ ਜਾਂ ਕਲਾ ਯੋਗਤਾ ਨੂੰ ਵੀ ਪ੍ਰਗਟ ਕਰੇ। ਇਸ ਨੂੰ ਮਨੋਵਿਗਿਆਨਿਕ ਸਿਧਾਂਤਾਂ ਦੇ ਆਧਾਰ 'ਤੇ ਪਛਾਣਿਆ ਜਾ ਸਕਦਾ ਹੈ। ਕਹਿਣ ਦਾ ਮਤਲਬ ਹੈ ਕਿ ਜੇ ਅਸੀਂ ਕੋਈ ਐਵੇਂ ਦਾ ਆਪਣਾ ਡਿਸੀਜ਼ਨ ਜ਼ਿੰਦਗੀ ਦਾ ਲੈ ਲੈਂਦੇ ਹਾਂ ਵੀ ਮੈਨੇ ਮਾਂ ਪਿਓ ਲਈ ਇਹ ਕੰਮ ਕਰਨਾ ਹੈ, ਠੀਕ ਹੈ ਜੀ, ਦੁਨੀਆ ਲਈ ਮੈਨੇ ਆਹ ਕੰਮ ਕਰਨਾ ਹੈ, ਤੇ ਫਿਰ ਵੀ ਜਿਹੜੀ ਸਾਡੇ ਅੰਦਰਲੀ ਜਿਹੜੀ ਰੁਚੀ ਹੈ ਉਸ ਨੂੰ ਨਹੀਂ ਦਬਾਉਣਾ ਚਾਹੀਦਾ। ਸਾਡੀ ਜਿਹੜੀ ਇੰਟਰਸਟ ਹੈ, ਸਾਡੇ ਅੰਦਰ ਇੱਛਾ ਹੈ, ਉਸ ਨੂੰ ਬਾਹਰ ਕੱਢ ਕੇ ਲੈ ਕੇ ਆਉਣਾ ਚਾਹੀਦਾ ਹੈ। ਤੇ ਕਲਾ ਸੰਬੰਧੀ ਜਿਹੜੇ ਪ੍ਰਸਿੱਧ ਵਿਗਿਆਨੀ ਨੇ ਗਾਰਡਨਰ, ਠੀਕ ਹੈ ਜੀ, ਜੋ ਹਾਰਵਰਡ ਗ੍ਰੈਜੂਏਟ ਸਕੂਲ ਆਫ ਐਜੂਕੇਸ਼ਨ ਵਿੱਚ ਪ੍ਰੋਫੈਸਰ ਸਨ, ਉਸਨੇ ਇੱਕ ਸਿਧਾਂਤ ਦੱਸਿਆ ਹੈ ਕਿ ਜਿਸ ਨੂੰ ਬਹੁ ਬੁੱਧੀ ਸਿਧਾਂਤ ਕਰਕੇ ਜਾਣਿਆ ਜਾਂਦਾ ਹੈ। ਇਸ ਨੂੰ ਬੁੱਧੀ ਸੰਬੰਧੀ ਸੱਭਿਆਚਾਰਕ ਆਧਾਰ ਵਾਲਾ ਸਿਧਾਂਤ ਵੀ ਕਿਹਾ ਜਾਂਦਾ ਹੈ। ਠੀਕ ਹੈ, ਇਸ ਵਿੱਚ ਉਸਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਮਨੁੱਖ ਅੰਦਰ ਰੁਚੀਆਂ, ਬੁੱਧੀ ਯੋਗਤਾਵਾਂ ਵੀ ਪਛਾਣ ਕੀਤੀ ਜਾ ਸਕਦੀ ਹੈ। ਕਿਸ ਤਰ੍ਹਾਂ ਮਨੁੱਖ ਅੰਦਰ ਲੁਕੀਆਂ, ਯਾਨੀ ਕਿ ਜਿਹੜੀਆਂ ਅੰਦਰ ਉਹਦੇ ਇੰਟਰਸਟ ਹੁੰਦੇ ਹੈ, ਰੁਚੀਆਂ ਹੁੰਦੀਆਂ ਹਨ, ਉਸ ਦੀ ਅਸੀਂ ਪਛਾਣ ਕਿਵੇਂ ਕਰ ਸਕਦੇ ਹਾਂ। ਅੱਗੇ ਆ ਗਿਆ ਜੀ ਕਲਾਤਮਕ ਯੋਗਤਾ ਦਾ ਸਿਧਾਂਤ ਅਤੇ ਸਿਧਾਂਤ। ਉਸ ਦੁਆਰਾ ਦਿੱਤੇ ਸਿਧਾਂਤਾਂ ਨਾਲ ਸਾਡੀ ਕਲਾ ਯੋਗਤਾ ਦੀ ਪਛਾਣ ਹੋ ਸਕਦੀ ਹੈ। ਇਸ ਸਿਧਾਂਤ ਵਿਚਲੇ ਸੰਕੇਤ ਹੀ ਸਾਡੀ ਕਲਾ ਨੂੰ ਪਛਾਣਨ ਵਿੱਚ ਸਹਾਈ ਹੁੰਦੇ ਹਨ। ਉਸਨੇ ਡੂੰਘੀ ਖੋਜ ਦੌਰਾਨ ਮੁੱਖ ਤੌਰ 'ਤੇ 8 ਤਰ੍ਹਾਂ ਦੇ ਜਿਹੜੇ ਬੁੱਧੀ ਦੇ ਸਿਧਾਂਤ ਹਨ ਉਹਨਾਂ ਦਾ ਜ਼ਿਕਰ ਕੀਤਾ ਹੈ, ਜਿਸ ਵਿੱਚ ਪਹਿਲਾ ਹੈ ਭਾਸ਼ਾਗਤ ਬੁੱਧੀ। ਭਾਸ਼ਾਗਤ ਬੁੱਧੀ ਵਿੱਚ ਆਪਣਾ ਇਹ ਆ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਦੇ ਅੰਦਰ ਭਾਸ਼ਾ ਦੀ, ਲੈਂਗੁਏਜ ਦੀ ਪਕੜ ਹੋਵੇ, ਵੀ ਜੋ ਕਿਸੇ ਵੀ ਲੈਕਚਰ ਨੂੰ, ਪ੍ਰਵਚਨ ਨੂੰ, ਠੀਕ ਹੈ ਜੀ, ਤੇ ਉਸ ਨੂੰ ਸੁਣਨ ਦੀ, ਉਸ ਨੂੰ ਸਮਝਣ ਦੀ ਮੁਹਾਰਤ ਰੱਖਦਾ ਹੋਵੇ, ਤੇ ਕੋਈ ਲਿਖਤ ਪੜ੍ਹ ਕੇ ਸੁਣਾਉਣੀ ਅੱਛੀ ਲੱਗਦੀ ਹੋਵੇ, ਜਿਸ ਨੂੰ ਕਿਸੇ ਦਾ ਭਾਸ਼ਣ ਵਧੀਆ ਲੱਗਦਾ ਹੋਵੇ, ਜਾਂ ਕਿਸੇ ਦੇ ਸ਼ਬਦਾਂ ਦੀ ਬਣਤਰ ਜਿਹੜੀ ਘਾੜਤਾਂ ਨੇ ਉਸ ਵਿੱਚ ਰੁਚੀ ਹੋਵੇ, ਕਿਸੇ ਦਾ ਲਿਖਿਆ ਹੋਇਆ ਜਿਸ ਨੂੰ ਵਧੀਆ ਲੱਗੇ, ਇਹ ਸਾਰੀ ਚੀਜ਼ਾਂ ਜਿਹੜੀਆਂ ਹਨ ਭਾਸ਼ਾਗਤ ਬੁੱਧੀ ਵਿੱਚ ਆਉਂਦੀਆਂ ਹਨ। ਜਿਸ ਵਿਅਕਤੀ ਨੂੰ ਸਾਰੀ ਚੀਜ਼ਾਂ ਦੀ ਪਰਖ ਹੋਵੇ ਉਹ ਕੀ ਹੈ, ਇੱਕ ਭਾਸ਼ਾਈ ਬੁੱਧੀ ਦਾ ਮਾਲਕ ਹੁੰਦਾ ਹੈ। ਠੀਕ ਹੈ ਜੀ, ਨੰਬਰ 2 ਤੇ ਆ ਜਾਂਦੀ ਹੈ ਤੁਹਾਡੀ ਜੀ ਤਾਰਕਿਕ ਗਣਿਤਕ ਬੁੱਧੀ। ਤਾਰਕਿਕ ਗਣਿਤਕ ਬੁੱਧੀ ਕੀ ਹੁੰਦੀ ਹੈ? ਇਸ ਬੁੱਧੀ ਦਾ ਸੰਬੰਧ ਸਾਡੀ ਤਾਰਕਿਕ ਤੇ ਗਣਿਤਕ ਯੋਗਤਾ ਨਾਲ ਹੈ। ਜੇਕਰ ਅਸੀਂ ਕਿਸੇ ਘਟਨਾ ਦੇ ਪਿਛੋਕੜ ਵਿੱਚ ਪਏ ਤਰਕ ਜਾਂ ਤੱਥ ਲੱਭਣ ਵਿੱਚ ਰੁਚੀ ਰੱਖਦੇ ਹਾਂ, ਜਾਂ ਫਿਰ ਇੱਕ ਘਟਨਾ ਜਾਂ ਦੂਜੀ ਘਟਨਾ ਨਾਲ ਸੰਬੰਧ ਜੋੜਨ ਨਾਲ ਦੀ ਵੀ ਰੁਚੀ ਦੇ ਸਮਰੱਥਾ ਰੱਖਦੇ ਹਾਂ, ਕਿਸੇ ਦਾ ਸਵਾਲ ਉਠਾਉਣ ਦਾ ਵੀ ਇਹ ਕੰਮ ਕਿਉਂ ਹੋਇਆ, ਕਿਵੇਂ ਹੋਇਆ, ਇਹਨਾਂ ਚੀਜ਼ਾਂ ਦੀ ਸਾਰੀ ਜਿਹੜੀ ਉਹ ਰੱਖਦੇ ਹਾਂ, ਸਮਰੱਥਾ ਰੱਖਦੇ ਹਾਂ, ਉਸ ਵਿੱਚ ਕੀ ਹੈ, ਇਹ ਬੁੱਧੀ ਦੇ ਜਿਹੜੇ ਸਿਧਾਂਤ ਆਉਂਦੇ ਹਨ, ਤਾਰਕਿਕ ਅਤੇ ਗਣਿਤਕ ਬੁੱਧੀ। ਇਸੇ ਨੂੰ ਆਪਾਂ ਕਹਿੰਦੇ ਹਾਂ। ਜੇ ਕਿਸੇ ਵਿਅਕਤੀ ਦੇ ਅੰਦਰ ਕਿਸੇ ਘਟਨਾ ਬਾਰੇ ਕੋਈ ਚਾਨਣਾ ਪਾਉਣ ਦੀ ਹਿੰਮਤ ਹੁੰਦੀ ਹੈ, ਜਾਂ ਉਸਨੂੰ ਸਿੱਧ ਕਰਨ ਦੀ ਕੋਈ ਉਹ ਹੁੰਦੀ ਹੈ, ਦਿਮਾਗ ਹੁੰਦਾ ਹੈ, ਠੀਕ ਹੈ, ਇਹ ਸਾਰੀ ਚੀਜ਼ਾਂ ਜਿਹੜੀਆਂ ਹਨ, ਦਲੀਲਾਂ ਦੇਣ ਵਾਲਾ ਵਿਅਕਤੀ ਜਿਹਨੂੰ ਕਹਿੰਦੇ ਹਾਂ ਆਪਾਂ, ਉਹ ਕੀ ਹੁੰਦਾ, ਇੱਕ ਤਾਰਕਿਕ ਵਿਅਕਤੀ, ਤਾਰਕਿਕ ਬੁੱਧੀ ਦਾ ਜਿਹੜਾ ਮਾਹਿਰ ਹੈ ਉਹ ਕਹਾਉਂਦਾ ਹੈ। ਠੀਕ ਹੈ ਜੀ, ਅੱਗੇ ਆ ਗਈ ਤੁਹਾਡੀ ਦ੍ਰਿਸ਼ਟੀਗਤ ਸਪੇਸਗਤ ਬੁੱਧੀ। ਦ੍ਰਿਸ਼ਟੀਗਤ, ਇਸ ਬੁੱਧੀ ਦਾ ਜਿਹੜਾ ਸੰਬੰਧ ਹੈ ਸਪੇਸ ਵਿੱਚ ਨਿਰਮਿਤ ਵਸਤੂਆਂ, ਤਸਵੀਰਾਂ, ਆਕਾਰਾਂ ਨੂੰ ਰੁਚੀਪੂਰਵਕ ਦੇਖਣ, ਸਮਝਣ ਤੇ ਵਿਚਾਰਨ ਨਾਲ ਹੈ। ਜੇਕਰ ਸਾਡੀ ਰੁਚੀ ਨਕਸ਼ੇ, ਗ੍ਰਾਫ ਬਣਾਉਣ ਵਿੱਚ ਹੈ, ਗਲੋਬ, ਤਸਵੀਰਾਂ, ਦ੍ਰਿਸ਼ ਕਲਾਵਾਂ ਪ੍ਰਤੀ ਆਕਰਸ਼ਕ ਹੁੰਦੇ ਹਾਂ, ਤਾਂ ਕਿਸੇ ਨੂੰ ਦੇਖ ਕੇ ਉਸਦੀ ਕਿਰਤੀ ਨੂੰ ਦਿਮਾਗ ਵਿੱਚ ਤਸਵੀਰ ਬਣਾ ਕੇ ਸਾਰ ਸਕਦੇ ਹਾਂ, ਜਾਂ ਉਸ ਦੀ ਤਸਵੀਰ ਨੂੰ ਲਕੀਰਾਂ ਰਾਹੀਂ ਕਰ ਸਕਦੇ ਹਾਂ।
ਯਾਨੀ ਕਿ ਇੱਕ ਵਿਗਿਆਨਿਕ ਦੇ ਜਿਹੜੇ ਉਹ ਹੁੰਦੇ ਆ ਸੋਚ ਹੁੰਦੀ ਹੈ, ਦਿਮਾਗ ਹੁੰਦਾ ਹੈ, ਉਹ ਕੀ ਹੈ ਜਾਂ ਨਿਗਾਹ ਨਾਲ ਸੋਚ ਕੇ ਹੀ ਅਸੀਂ ਉਸਦੀ ਤਸਵੀਰ ਬਣਾ ਸਕਦੇ ਹਾਂ, ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਦ੍ਰਿਸ਼ਟੀਗਤ ਸਪੇਸਗਤ ਬੁੱਧੀ। ਵੀ ਕਿਸੇ ਘਟਨਾ ਬਾਰੇ ਸੋਚ ਕੇ ਹੀ ਆਪਾਂ ਉਸਦੀ ਤਸਵੀਰ ਆਪਣੀ ਅੱਖਾਂ ਸਾਹਮਣੇ ਲਿਆ ਸਕਦੇ ਹਾਂ ਜਾਂ ਉਸਨੂੰ ਵਰਕੇ 'ਤੇ ਪੇਜ 'ਤੇ ਉਤਾਰ ਸਕਦੇ ਹਾਂ, ਉਸੇ ਨੂੰ ਕੀ ਕਹਿੰਦੇ ਹਨ, ਦ੍ਰਿਸ਼ਟੀਗਤ ਸਪੇਸਗਤ ਬੁੱਧੀ। ਅੱਗੇ ਜੀ ਆਪਣਾ ਜਿਵੇਂ ਇਹਦੇ ਖੇਤਰ ਨੇ ਕਿਹੜੇ ਆ ਦ੍ਰਿਸ਼ਟੀਗਤ ਸਪੇਸਗਤ ਬੁੱਧੀ ਦੇ। ਜੇਕਰ ਸਾਡੇ ਵਿੱਚ ਦ੍ਰਿਸ਼ਟੀਗਤ ਸਪੇਸਗਤ ਬੁੱਧੀ ਹੈ ਤਾਂ ਅਸੀਂ ਚਿੱਤਰਕਾਰੀ, ਮੂਰਤੀਕਾਰੀ, ਕਾਰਟੂਨਕਾਰੀ, ਗ੍ਰਹਿ ਸਜਾਵਟ, ਫਿਲਮ ਕਲਾਕਾਰੀ, ਮੰਚ ਨਿਰਦੇਸ਼ਨ ਵੱਲ ਵੀ ਜਾ ਸਕਦੇ ਹਨ। ਇਹ ਸਾਰੇ ਇੰਟਰਸਟ ਹੈ ਜਿਹੜੇ ਸਾਨੂੰ ਇਸ ਲਾਈਨ ਵੱਲ ਲਿਜਾ ਸਕਦੇ ਹਨ। ਨੰਬਰ 4 ਤੇ ਹੈ ਸੰਗੀਤਕ ਬੁੱਧੀ। ਸੰਗੀਤਕ ਬੁੱਧੀ ਹੈ ਜੀ, ਇਸ ਬੁੱਧੀ ਦਾ ਸੰਬੰਧ ਵਿਅਕਤੀ ਦੇ ਸੰਗੀਤ ਰੁਚੀ ਨਾਲ ਹੈ। ਠੀਕ ਹੈ ਜੀ। ਤੇ ਜਿਹੜਾ ਵਿਅਕਤੀ ਹੈ ਜੇਕਰ ਸਾਨੂੰ ਕਿਸੇ ਦੀਆਂ ਧੁਨਾਂ ਸੰਗੀਤ ਦੀਆਂ ਆਕਰਸ਼ਿਤ ਕਰਦੀਆਂ ਹਨ, ਕਿਸੇ ਦਾ ਕੋਈ ਗੀਤ ਵਧੀਆ ਲੱਗਦਾ ਹੈ, ਸੰਗੀਤ ਵਧੀਆ ਲੱਗਦਾ ਹੈ, ਕਿਸੇ ਦਾ ਕੋਈ ਸਾਨੂੰ ਇੰਸਟਰੂਮੈਂਟ ਵਧੀਆ ਲੱਗਦਾ ਹੈ, ਠੀਕ ਹੈ ਜੀ। ਤੇ ਜਿਹੜੀ ਕੁਦਰਤ ਹੈ ਉਹਦੇ ਨਾਲ ਸਾਨੂੰ ਕੋਈ ਲਗਾਵ ਹੈ, ਪੰਛੀਆਂ, ਪੱਤਿਆਂ, ਝਰਨਿਆਂ ਦੀਆਂ ਆਵਾਜ਼ਾਂ ਵੱਲ ਵਿਸ਼ੇਸ਼ ਤਵੱਜੋ ਦਿੰਦੇ ਹਾਂ, ਇਹ ਸਾਰੀਆਂ ਕੀ ਹਨ, ਸੰਗੀਤਕ ਬੁੱਧੀ ਜਿਹੜੀ ਰੁਚੀ ਹੈ ਉਸ ਦਾ ਸਿਧਾਂਤ ਅਪਣਾਉਂਦੀਆਂ ਹਨ। ਜਿਸ ਵਿਅਕਤੀ ਦੀ ਜਿਹੜੀ ਰੁਚੀ ਹੈ ਇਹਨਾਂ ਚੀਜ਼ਾਂ ਵੱਲ ਹੁੰਦੀ ਹੈ ਉਹ ਕੀ ਹੈ, ਸੰਗੀਤਕ ਰੁਚੀਆਂ ਦਾ ਮਾਲਕ ਹੁੰਦਾ ਹੈ। ਠੀਕ ਹੈ ਜੀ। ਨੈਕਸਟ ਹੈ ਤੁਹਾਡੀ ਸਰੀਰਗਤ ਬੁੱਧੀ। ਸਰੀਰਗਤ ਬੁੱਧੀ, ਇਸ ਬੁੱਧੀ ਦਾ ਸੰਬੰਧ ਵਿਅਕਤੀ ਦੇ ਸਰੀਰਕ ਕਿਰਿਆ ਕੁਸ਼ਲਤਾ ਤੇ ਸਰੀਰਕ ਕਿਰਿਆ ਹੁਨਰ ਨਾਲ ਹੈ। ਜਿਵੇਂ ਕਿ ਰੁਚੀ ਨੱਚਣ 'ਚ, ਕਿਸੇ ਦੀ ਖੇਡਣ 'ਚ, ਕਿਸੇ ਦੀ ਤੈਰਨ 'ਚ, ਜਿਹੜੀਆਂ ਫਿਜ਼ੀਕਲ ਐਕਟੀਵਿਟੀਜ਼ ਵੱਲ ਧਿਆਨ ਹੁੰਦਾ। ਠੀਕ ਹੈ ਜੀ। ਅਲੱਗ-ਅਲੱਗ ਵਿਅਕਤੀਆਂ ਦਾ ਇਹ ਸਾਰੀਆਂ ਕਿਰਿਆਵਾਂ ਕੀ ਹੁੰਦੀਆਂ ਹਨ, ਸਰੀਰਗਤ ਬੁੱਧੀ। ਕਿਸੇ ਨੂੰ ਸਪੋਰਟਸ ਧਿਆਨ ਹੁੰਦਾ ਹੈ, ਕਿਸੇ ਦਾ ਖੇਡਣ 'ਚ, ਕਿਸੇ ਦਾ ਨੱਚਣ 'ਚ ਹੁੰਦਾ, ਡਾਂਸ 'ਚ ਹੁੰਦਾ ਹੈ, ਭੰਗੜੇ 'ਚ ਹੁੰਦਾ ਹੈ ਨਾ। ਇਹ ਜਿਹੜੀ ਐਕਟੀਵਿਟੀਜ਼ ਹੁੰਦੀਆਂ ਇਹ ਸਾਰੀਆਂ ਕਾਹਦੇ ਵਿੱਚ ਆਉਂਦੀਆਂ ਹਨ, ਸਰੀਰਗਤ ਬੁੱਧੀ। ਠੀਕ ਹੈ ਜੀ। ਅੱਗੇ ਹੈਗੀ ਤੁਹਾਡੀ ਜੀ ਨੈਕਸਟ ਹੈ ਤਾਲਮੇਲ ਬੁੱਧੀ। ਇਸ ਬੁੱਧੀ ਦਾ ਸੰਬੰਧ ਆਪਸੀ ਸੰਬੰਧਾਂ ਵਿੱਚ ਗਹਿਰਾਈ, ਸਮਝ ਅਤੇ ਵਿਸ਼ਾਲਤਾ ਲਿਆਉਣ ਦੀ ਯੋਗਤਾ ਨਾਲ ਹੈ। ਕਿਸੇ ਦੂਸਰੇ ਵਿਅਕਤੀ ਨਾਲ ਤੁਸੀਂ ਕਿੰਨੇ ਕੁ ਮਧੁਰ ਸੰਬੰਧ ਬਣਾਉਂਦੇ ਹੋ ਜਾਂ ਕਿਸੇ ਦੁਆਰਾ ਤੁਹਾਡੀ ਰਾਏ ਦੇ ਖਿਲਾਫ ਬੋਲ ਜਾਣ ਤੇ ਕਿੰਨਾ ਕੁ ਸ਼ਾਂਤੀ ਤੇ ਸਬਰ ਤੋਂ ਕੰਮ ਲੈਂਦੇ ਹੋ। ਠੀਕ ਹੈ ਜੀ। ਯਾਨੀ ਕਿ ਸਿਚੁਏਸ਼ਨ ਤੇ ਜਿਹੜਾ ਕੰਟਰੋਲ ਬੰਦਾ ਕਰ ਲੈਂਦਾ ਹੈ ਉਸ ਨੂੰ ਆਪਾਂ ਕੀ ਕਹਿੰਦੇ, ਤਾਲਮੇਲ ਬੁੱਧੀ ਦਾ ਮਾਲਕ। ਯਾਨੀ ਕਿ ਕਿਸੇ ਦੇ ਔਖੇ ਸਮੇਂ 'ਚ, ਕਿਸੇ ਗੁੱਸੇ 'ਚ, ਕਿਸੇ ਲੜਾਈ ਦੇ ਸਮੇਂ ਵੀ ਬੰਦਾ ਕਿਸ ਤਰ੍ਹਾਂ ਆਪਣੇ ਆਪ ਨੂੰ ਢਾਲਦਾ ਹੈ। ਠੀਕ ਹੈ ਜੀ। ਅਕੋਰਡਿੰਗ ਟੂ देयर ਟਾਈਮਿੰਗ, ਅਕੋਰਡਿੰਗ ਟੂ देयर ਸਿਚੁਏਸ਼ਨ, ਉਸਦੇ ਡਿਪੈਂਡ ਹੋ ਕੇ ਜਿਹੜਾ ਬੰਦਾ ਹੈ ਆਪਣੇ ਆਪ ਨੂੰ ਕੰਟਰੋਲ ਕਰਦਾ ਹੈ, ਉਹ ਕੀ ਹੈ, ਉਸਦੇ ਸਮੇਂ ਅਨੁਸਾਰ ਢਾਲਦਾ ਹੈ, ਉਹਨੂੰ ਕਹਿੰਦੇ ਆਪਾਂ ਤਾਲਮੇਲ ਬੁੱਧੀ। ਠੀਕ ਹੈ ਜੀ। ਅੱਗੇ ਆ ਗਿਆ ਤੁਹਾਡਾ ਜੀ ਨੈਕਸਟ ਹੈ ਸਵੈਮੁਖੀ ਬੁੱਧੀ। ਸਵੈਮੁਖੀ ਬੁੱਧੀ 'ਚ ਕੀ ਹੈ, ਇਸ ਬੁੱਧੀ ਯੋਗਤਾ ਦਾ ਸੰਬੰਧ ਸਵੈ ਕੇਂਦਰੀ ਰੁਚੀਆਂ ਤੇ ਸਮਰਥਾਵਾਂ ਨਾਲ ਹੈ। ਜੇਕਰ ਅਸੀਂ ਅਕਸਰ ਹੀ ਆਪਣੇ ਮਨੋਭਾਵਾਂ, ਖਿਆਲਾਂ, ਸੁਪਨਿਆਂ ਪ੍ਰਤੀ ਚਿੰਤਨਸ਼ੀਲ ਬਣੇ ਰਹਿੰਦੇ ਹਾਂ, ਬਾਹਰੀ ਵਰਤਾਰੇ ਦੀ ਬਜਾਏ ਮਨ ਅੰਦਰ ਵਾਪਰਦੀ ਉਥਲ ਪੁਥਲ ਪ੍ਰਤੀ ਸੁਚੇਤ ਰਹਿੰਦੇ ਹਾਂ, ਜਿਹਨੂੰ ਆਪਾਂ ਇੰਟਰੋਵਰਟ ਕਹਿੰਦੇ ਹਾਂ ਆਪਾਂ, ਹੈ ਨਾ। ਸਿਰਫ ਆਪਣੇ ਬਾਰੇ ਸੋਚਦੇ ਰਹਿੰਦੇ, ਆਪਣੀਆਂ ਰੁਚੀਆਂ ਬਾਰੇ, ਆਪਣੇ ਸਾਰੇ ਐਕਟੀਵਿਟੀਜ਼ ਬਾਰੇ। ਇਸ ਨੂੰ ਕੀ ਕਹਿੰਦੇ ਆਪਾਂ, ਸਵੈਮੁਖੀ ਬੁੱਧੀ। ਇਸ ਬੁੱਧੀ ਯੋਗਤਾ ਦੀ ਪਛਾਣ ਕਰਕੇ ਸਾਨੂੰ ਆਪਣੀ ਊਰਜਾ ਦਾ ਰੁਖ ਕੇਵਲ ਕਲਾਵਾਂ ਤਰਫ ਮੋੜ ਲੈਣਾ ਚਾਹੀਦਾ ਹੈ। ਸਾਹਿਤਕਾਰੀ, ਸੰਗੀਤਕ ਮੁਹਾਰਤ, ਚਿੱਤਰਕਾਰੀ, ਮੂਰਤੀਕਾਰੀ ਆਦਿ ਕਲਾਵਾਂ ਵਿੱਚ ਮਨੋ ਸੰਸਾਰ ਤੇ ਆਤਮਿਕ ਸੰਸਾਰ ਦੀਆਂ ਪਰਤਾਂ ਤੇ ਉਡਾਰੀਆਂ ਨੂੰ ਬਖੂਬੀ ਅਭਿਵਿਅਕਤ ਕੀਤਾ ਜਾ ਸਕਦਾ ਹੈ। ਵੀ ਯਾਨੀ ਕਿ ਜਿਹੜਾ ਸਵੈਮੁਖੀ ਬੁੱਧੀ ਵਾਲਾ ਵਿਅਕਤੀ ਹੁੰਦਾ ਹੈ ਉਹ ਇਹਨਾਂ ਸਾਰੀ ਰੁਚੀਆਂ ਨੂੰ ਮੁੱਖ ਰੱਖ ਕੇ ਆਪਣੇ ਜੀਵਨ ਦਾ ਕੋਈ ਵੀ ਕਾਰ ਵਿਹਾਰ ਕਰ ਸਕਦਾ ਹੈ। ਮਨੁੱਖੀ ਅਸਤਿਤਵ ਨਾਲ ਜੁੜੇ ਬਹੁਤ ਸਾਰੇ ਦਾਰਸ਼ਨਿਕ ਪ੍ਰਸ਼ਨਾਂ ਨੂੰ ਲੈ ਕੇ ਇਹਨਾਂ ਕਲਾਵਾਂ ਵਿੱਚ ਬਹੁਮੁਖੀ ਵਿਚਿੱਤਰ ਰੰਗ ਪੇਸ਼ ਕੀਤੇ ਜਾ ਸਕਦੇ ਹਨ। ਠੀਕ ਹੈ ਜੀ। ਇਹ ਸਾਰੇ ਇਹ ਕੀ ਹੈ, ਸਵੈਮੁਖੀ ਬੁੱਧੀ। ਅੱਗੇ ਆ ਗਈ ਤੁਹਾਡੀ 8ਵੀਂ ਜਿਹੜੀ ਹੈ ਪ੍ਰਕਿਰਤੀਗਤ ਬੁੱਧੀ।
ਨੇਚਰਿਸਟਿਕ, ਜਿਹਨੂੰ ਆਪਾਂ ਨੇਚਰ ਨਾਲ ਜੁੜੀ ਹੁੰਦੀ ਹੈ, ਉਹਨੂੰ ਕਹਿੰਦੇ ਆਪਾਂ ਪ੍ਰਕਿਰਤੀਗਤ ਬੁੱਧੀ। ਇਸ ਬੁੱਧੀ ਯੋਗਤਾ ਦਾ ਸੰਬੰਧ ਵਿਅਕਤੀ ਦੀ ਕੁਦਰਤੀ ਵਰਤਾਰਿਆਂ ਵਿਚਲੀ ਦਿਲਚਸਪੀ ਅਤੇ ਸਮਝ ਸਮਰਥਾ ਨਾਲ ਹੈ। ਜੇਕਰ ਅਸੀਂ ਫੁੱਲਾਂ, ਦਰਖਤਾਂ, ਸਮੁੰਦਰੀ ਹਲਚਲਾਂ, ਜੰਗਲਾਂ, ਜੀਵਾਂ ਆਦਿ ਨਾਲ ਸੰਬੰਧਿਤ ਕੁਦਰਤੀ ਵਰਤਾਰਿਆਂ ਨੂੰ ਸਮਝਣ ਵਿੱਚ ਰੁਚੀ ਰੱਖਦੇ ਹਾਂ ਤਾਂ ਕੁਦਰਤੀ ਸੋਮਿਆਂ ਪ੍ਰਤੀ ਚਿੰਤਨਸ਼ੀਲ ਦ੍ਰਿਸ਼ਟੀ ਰੱਖਦੇ ਹਾਂ, ਕੁਦਰਤੀ ਚੱਕਰ ਪ੍ਰਤੀ ਅਧਿਐਨ ਝੁਕਾਅ ਰੱਖਦੇ ਹਾਂ ਤਾਂ ਨਿਸ਼ਚੇ ਹੀ ਅਸੀਂ ਇਸ ਬੁੱਧੀ ਯੋਗਤਾ ਦੇ ਮਾਲਕ ਹਾਂ। ਕਹਿਣ ਦਾ ਭਾਵ ਹੈ ਜੀ ਸਾਡਾ ਪਿਆਰ ਕੁਦਰਤ ਨਾਲ ਹੈ, ਕੁਦਰਤ ਦੀ ਬਣਾਈਆਂ ਹੋਈਆਂ ਚੀਜ਼ਾਂ ਨਾਲ ਹੈ, ਉਸ ਦੇ ਬਣਾਏ ਹੋਏ ਹਰੇਕ ਤੱਤ ਨਾਲ ਹੈ, ਉਸ ਨੂੰ ਕੀ ਕਹਿੰਦੇ ਹਾਂ ਅਸੀਂ ਪ੍ਰਕਿਰਤੀਗਤ ਬੁੱਧੀ ਦਾ ਮਾਲਕ। ਠੀਕ ਹੈ ਜੀ। ਇਸ ਤਰ੍ਹਾਂ ਇਹ ਸਨ ਸਾਡੀਆਂ 8 ਬੁੱਧੀ ਦੇ ਜਿਹੜੇ ਸੀ ਸਿਧਾਂਤ ਜੋ ਕਿ ਗਾਰਡਨਰ ਨੇ ਲਿਖੇ ਹੋਏ ਹਨ। ਠੀਕ ਹੈ ਜੀ। ਉਕਤ ਬੁੱਧੀ ਕਿਸਮਾਂ ਤੋਂ ਇਲਾਵਾ ਗਾਰਡਨਰ ਨੇ ਆਪਣੀ ਅਗਲੇਰੀ ਅਧਿਐਨ ਸ਼ੋਧ ਕਰਦਿਆਂ ਧਾਰਮਿਕ, ਅਧਿਆਤਮਿਕ ਅਤੇ ਨੈਤਿਕ ਬੁੱਧੀ ਦੀਆਂ ਕਿਸਮਾਂ ਦਾ ਵੀ ਖੁਲਾਸਾ ਕੀਤਾ। ਇਹਨਾਂ ਬੁੱਧੀ ਯੋਗਤਾਵਾਂ ਦਾ ਸੰਬੰਧ ਮਨੁੱਖ ਦੇ ਧਾਰਮਿਕ ਅਤੇ ਨੈਤਿਕ ਮੁੱਲਾਂ ਨਾਲ ਹੈ। ਇਹ ਬੁੱਧੀ ਯੋਗਤਾ ਮਨੁੱਖ ਨੂੰ ਚੇਤਨਾਤਮਕ ਵਿਕਾਸ ਅਤੇ ਸ਼ੁੱਧੀਕਰਨ ਦੇ ਕਾਰਜਾਂ ਵੱਲ ਵੀ ਪ੍ਰੇਰਦੀ ਹੈ। ਠੀਕ ਹੈ ਜੀ। ਇਹਨਾਂ ਮੁੱਲਾਂ ਵੱਲ ਝੁਕਾਅ ਰੱਖਣ ਵਾਲਾ ਮਨੁੱਖ ਸੁਭਾਵਿਕ ਤੌਰ ਤੇ ਹੀ ਪਦਾਰਥ ਲੋਕਾਂ ਤੋਂ ਮੁਕਤ ਹੁੰਦਾ ਹੈ। ਯਾਨੀ ਕਿ ਜਿਸ ਵਿਅਕਤੀ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਮੁੱਲ ਪਤਾ ਹੁੰਦਾ ਹੈ, ਨੌਲੇਜ ਹੁੰਦੀ ਹੈ, ਉਹ ਕੀ ਹੈ, ਉਹ ਸਿਰਫ ਪ੍ਰਕਿਰਤੀ ਨਾਲ ਹੀ ਪਿਆਰ ਕਰਦਾ ਹੈ ਤੇ ਉਹਨੂੰ ਹੋਰ ਕਿਸੇ ਚੀਜ਼ਾਂ ਨਾਲ ਜਿਹੜਾ ਹੈ ਮੋਹ ਪਿਆਰ ਨਹੀਂ ਹੁੰਦਾ। ਠੀਕ ਹੈ ਜੀ। ਉਹ ਸਿਰਫ ਇੱਕ ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਹੀ ਬਣ ਜਾਂਦਾ ਹੈ ਤੇ ਉਸ ਨੂੰ ਦੁਨੀਆ ਵਿੱਚ ਜਿਹੜੀ ਦੌੜ ਹੈ, ਆਪ ਮੁਹਾਰਾ ਜਿਹੜਾ ਭੱਜਣਾ ਹੈ, ਕਿਸੇ ਵੀ ਚੀਜ਼ ਪਿੱਛੇ, ਕਿਸੇ ਚੀਜ਼ ਦਾ ਲਾਲਚ ਹੈ, ਉਹਨਾਂ ਚੀਜ਼ਾਂ ਦਾ ਜਿਹੜਾ ਹੈ ਉਸਦਾ ਜਿਹੜਾ ਇੰਟਰਸਟ ਹੈ, ਰੁਚੀ ਹੈ, ਉਹ ਕੀ ਹੈ ਖਤਮ ਹੋ ਜਾਂਦੀ ਹੈ। ਤੇ ਸਾਨੂੰ ਕੀ ਹੈ ਆਪਣੇ ਅੰਦਰ ਜਿਹੜੀ ਰੁਚੀਆਂ ਨੇ ਉਹਨਾਂ ਵਿੱਚੋਂ ਸਾਨੂੰ ਪਛਾਣਨ ਦੀ ਲੋੜ ਹੈ ਕਿ ਸਾਡੇ ਅੰਦਰਲੀ ਰੁਚੀ ਕੀ ਹੈ, ਸਾਡੀ ਸੋਚ ਹੈ ਜਿਹੜੀ ਉਹ ਕੀ ਹੈ। ਸਪੀਅਰਸਮੈਨ ਤੇ ਗਾਰਡਨਰ ਤੱਕ ਦੇ ਮਨੋਵਿਗਿਆਨਕਾਂ ਦੇ ਖੋਜ ਕਾਰਜ ਇਸ ਪੱਖ ਤੋਂ ਉਤਸ਼ਾਹੀ ਹਾਮੀ ਭਰਦੇ ਹਨ ਕਿ ਮਨੁੱਖ ਦੀ ਬੁੱਧੀ ਅਤੇ ਜਨਮਜਾਤ ਰੁਚੀਆਂ ਵਿੱਚ ਬੁਨਿਆਦੀ ਵਿਭਿੰਨਤਾਵਾਂ ਤੇ ਵਿਲੱਖਣਤਾਵਾਂ ਮੌਜੂਦ ਹੁੰਦੀਆਂ ਹਨ। ਇਹਨਾਂ ਸਮਰਥਾਵਾਂ ਤੇ ਯੋਗਤਾਵਾਂ ਨੂੰ ਸਮਾਨਾਂਤਰ ਤੌਰ ਤੇ ਸਵੀਕ੍ਰਿਤੀ ਦੇ ਕੇ ਗੌਰਵਤਾ ਪ੍ਰਦਾਨ ਕਰਨੀ ਚਾਹੀਦੀ ਹੈ। ਵਿਕਾਸ ਕੇਵਲ ਤੇ ਕੇਵਲ ਕਲਾ ਰਾਹੀਂ ਹੋ ਸਕਦਾ ਹੈ। ਯਾਨੀ ਕਿ ਆਪਣੇ ਦੇਸ਼ ਦਾ ਜਿਹੜਾ ਵਿਕਾਸ ਹੈ ਅਸੀਂ ਕੀ ਹੈ ਉਹ ਸਿਰਫ ਰੁਚੀਆਂ, ਕਲਾਤਮਕ ਰੁਚੀਆਂ ਰਾਹੀਂ ਹੀ ਕਰ ਸਕਦੇ ਹਾਂ, ਕਿਉਂਕਿ ਇਸ ਨਾਲ ਕੀ ਹੈ ਸਾਡਾ ਦਿਮਾਗ ਵੀ ਫਰੈਸ਼ ਰਹਿੰਦਾ ਹੈ, ਸਰੀਰ ਵੀ ਜਿਹੜਾ ਹੈ ਉਹ ਵੀ ਫਰੈਸ਼ ਰਹਿੰਦਾ ਹੈ ਤੇ ਇਹ ਸਾਡੀ ਇੱਕ ਤਰ੍ਹਾਂ ਦੀਆਂ ਮਨੋਰੰਜਨ ਦਾ ਸਾਧਨ ਹਨ ਤੇ ਸਾਡੀ ਜਿਹੜੀ ਅੰਦਰਲਾ ਸਿਸਟਮ ਹੈ ਉਸ ਨੂੰ ਵੀ ਉਜਾਗਰ ਕਰਦੀਆਂ ਹਨ। ਠੀਕ ਹੈ ਜੀ। ਇਸ ਤਰ੍ਹਾਂ ਕੀ ਹੈ ਮਨੁੱਖ ਨੂੰ ਚਾਹੀਦਾ ਹੈ ਕਿ ਉਸਨੇ ਕਿਸੇ ਵੀ ਕਲਾਤਮਕ ਕਾਰਜ ਦੀ ਚੋਣ ਕੀਤੀ ਹੈ ਤਾਂ ਫਿਰ ਉਹ ਉਸ ਕਲਾ ਨਾਲ ਜੁੜਦਿਆਂ ਹੀ ਆਪਣੀਆਂ ਸਾਰੀਆਂ ਵਿਖਾਵੇ ਵਾਲੀਆਂ ਪਛਾਣਾਂ ਨੂੰ ਭੁਲਾ ਦੇਵੇ। ਯਾਨੀ ਕਿ ਜੋ ਉਸਦੀ ਸੱਚਾਈ ਹੈ, ਜੋ ਸੱਚ ਹੈ ਅੰਦਰ, ਜੋ ਸੱਚੀ ਰੁਚੀ ਹੈ ਉਸਦੀ, ਸਿਰਫ ਉਸ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਉਸ ਨੂੰ ਦੁਨੀਆ ਦੀ ਬਣਾਈਆਂ ਹੋਈਆਂ ਫੇਕ ਆਰਟੀਫਿਸ਼ਲ ਰੁਚੀਆਂ ਉੱਪਰ ਦੁਨਿਆਵੀ ਤੇ ਪਦਾਰਥਕ ਲੋਭ ਮੋਹ ਆਦਿ ਤਿਆਗ ਕੇ ਕੇਵਲ ਆਪਣੀ ਕਲਾ ਨੂੰ ਨਿਖਾਰੇ। ਭਾਵੇਂ ਕੋਈ ਛੋਟਾ ਜਿਹਾ ਹੀ ਸਿਰਜਕ ਜਾਂ ਕਲਾਕਾਰ ਹੋਵੇ, ਪਰ ਮਨ ਨਾਲ ਕੀਤੀ ਕਲਾ ਵਿੱਚੋਂ ਜੋ ਉਸ ਨੂੰ ਅਕਹਿ ਆਨੰਦ ਆਵੇਗਾ ਉਹ ਬਿਆਨ ਤੋਂ ਬਾਹਰ ਹੋਏਗਾ। ਯਾਨੀ ਕਿ ਜੋ ਛੋਟੀ ਤੋਂ ਛੋਟੀ ਵੀ ਰੁਚੀ ਹੈ ਸਾਡੇ ਅੰਦਰ ਤਾਂ ਸਾਨੂੰ ਉਸ ਨੂੰ ਵੀ ਬਾਹਰ ਕੱਢਣ ਲੱਗੇ ਝਿਜਕਣਾ ਨਹੀਂ ਚਾਹੀਦਾ। ਜੋ ਸਾਡੇ ਅੰਦਰ ਗੁਣ ਹੈ ਉਸ ਨੂੰ ਸਾਨੂੰ ਬਾਹਰ ਲਿਆਉਣਾ ਚਾਹੀਦਾ ਹੈ ਤੇ ਆਪਣੀ ਜਿਹੜੀ ਰੁਚੀ ਹੈ ਉਸ ਨੂੰ ਜਗਾਉਣਾ ਚਾਹੀਦਾ ਹੈ, ਪੂਰਾ ਕਰਨਾ ਚਾਹੀਦਾ ਹੈ। ਠੀਕ ਹੈ ਜੀ। ਇਹ ਸੀ ਆਪਣਾ ਚੈਪਟਰ ਕਲਾਤਮਕ ਰੁਚੀਆਂ ਤੇ ਇਸ ਦੇ ਜਿਹੜੇ ਕੁਐਸਚਨ ਆਨਸਰ ਹਨ ਉਹ ਆਪਾਂ ਸ਼ਾਰਟ ਕਰ ਲੈਂਦੇ ਹਾਂ। ਠੀਕ ਹੈ ਜੀ। ਕਲਾਤਮਕ ਰੁਚੀਆਂ ਪ੍ਰਕਿਰਤੀ ਅਤੇ ਪਹਿਚਾਣ ਲੇਖ ਕਿਸ ਦਾ ਲਿਖਿਆ ਹੋਇਆ ਹੈ? ਇਹ ਹੈ ਜੀ ਡਾਕਟਰ ਦਵਿੰਦਰ ਸੈਫੀ ਜੀ ਦਾ। ਕਲਾ ਤੁਹਾਨੂੰ ਕਿਸ ਨਾਲ ਜੋੜਦੀ ਹੈ? ਸਮਾਜਿਕ ਨਿੱਜ ਨਾਲ। ਸਮਾਜਿਕ ਨਿੱਜ ਲੇਖਕ ਨੇ ਮਨੁੱਖੀ ਊਰਜਾ ਦੀ ਕਿਸ ਨਾਲ ਤੁਲਨਾ ਕੀਤੀ ਹੈ? ਬੰਨ ਬਣਾ ਕੇ ਇਕੱਠੇ ਕੀਤੇ ਗਏ ਪਾਣੀ ਨਾਲ। ਕਿਹਾ ਨਾ ਵੀ ਜੇ ਪਾਣੀ ਨੂੰ ਅਸੀਂ ਕਿਸੇ ਤਰੀਕੇ ਨਾਲ ਵਰਤੀਏ ਤਾਂ ਉਸ ਨਾਲ ਅਸੀਂ ਬਿਜਲੀ ਕਿੰਨੀ ਬਣਾ ਸਕਦੇ ਹਾਂ। ਜੇ ਉਸ ਨੂੰ ਖੁੱਲ੍ਹਾ ਛੱਡ ਦਈਏ ਤਾਂ ਕੀ ਹੈ ਉਹ ਪਾਣੀ ਪੂਰੀਆਂ ਫਸਲਾਂ ਨੂੰ ਉਜਾੜ ਸਕਦਾ ਹੈ।
ਬਹੁਬੁੱਧੀ ਸਿਧਾਂਤ ਦਾ ਨਿਰਮਾਤਾ ਕੌਣ ਹੈ? ਪ੍ਰੋਫੈਸਰ ਗਾਰਡਨਰ। ਵਾਦ ਵਿਵਾਦ ਪ੍ਰਤੀਯੋਗੀ ਬਣਨ ਲਈ ਕਿਹੜੀ ਬੁੱਧੀ ਦੀ ਲੋੜ ਹੈ? ਤਾਰਕਿਕ ਗਣਿਤਿਕ ਬੁੱਧੀ। ਕਲਾ ਸ਼ਕਤੀ ਨੂੰ ਸੁਤੰਤਰ ਸ਼ਕਤੀ ਦਾ ਵਾਹਕ ਕਿਸਨੇ ਮੰਨਿਆ ਹੈ? ਫਰਾਂਸ ਦੇ ਇੱਕ ਚਿੰਤਨਸ਼ੀਲ ਨੇ। ਠੀਕ ਹੈ ਜੀ, ਕੀ ਨਾਮ ਸੀ ਉਹਨਾਂ ਦਾ? ਵਿਕਟਰ ਹਿਊਗੋ। ਤੇ ਆਪਸੀ ਸੰਬੰਧਾਂ ਨੂੰ ਡੂੰਘਾਈ ਨਾਲ ਵੇਖਣ ਲਈ ਕਿਹੜੀ ਬੁੱਧੀ ਦੀ ਲੋੜ ਹੁੰਦੀ ਹੈ? ਤਾਲਮੇਲ ਬੁੱਧੀ ਦੀ। ਠੀਕ ਹੈ ਜੀ, ਅੱਗੇ ਹੈ ਤੁਹਾਡੇ ਜਿਹੜੇ ਊਰਜਾ ਮਨੁੱਖ ਅੰਦਰ ਕਿਹੋ ਜਿਹੀ ਭੂਮਿਕਾ ਨਿਭਾ ਸਕਦੀ ਹੈ। ਇਹ ਤੁਸੀਂ ਚੈਪਟਰ ਨੂੰ ਧਿਆਨ ਨਾਲ ਪੜ੍ਹੋਗੇ। ਇਹ ਅੱਗੇ ਆ ਗਈਆਂ ਤੁਹਾਡੀਆਂ 8 ਤਰ੍ਹਾਂ ਦੀਆਂ ਬੁੱਧੀਆਂ, ਜਿਨ੍ਹਾਂ ਦੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਏ ਆ। ਇਹ ਸਾਰੇ ਕੁਐਸਚਨ ਆਨਸਰ ਧਿਆਨ ਨਾਲ, ਜਿੰਨਾ ਤੁਸੀਂ ਚੈਪਟਰ ਨੂੰ ਡੀਪਲੀ ਪੜ੍ਹੋਗੇ ਉਸ ਦੇ ਵਿੱਚੋਂ ਤੁਹਾਨੂੰ ਇਸਦੇ ਆਨਸਰ ਆਪਣੇ ਆਪ ਹੀ ਲੱਭ ਜਾਣਗੇ। ਠੀਕ ਹੈ ਜੀ, ਤੇ ਇਸ ਤਰ੍ਹਾਂ ਇਹ ਸੀ ਆਪਣਾ ਚੈਪਟਰ। ਠੀਕ ਹੈ ਜੀ, ਇਸ ਨੂੰ ਪੜ੍ਹੋ, ਸਮਝੋ ਅਤੇ ਆਪਣੀਆਂ ਕਾਪੀਆਂ ਵਿੱਚ ਲਿਖੋ। ਥੈਂਕ ਯੂ, ਹੈਵ ਏ ਨਾਈਸ ਡੇ।